ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਹੁੰਚੇ ਹਾਂ ਤਰਨਤਾਰਨ ਦੇ ਵਿੱਚ। ਪਿੱਛੇ ਤੁਸੀਂ ਦੇਖ ਰਹੇ ਹੋ ਇਹ ਹੈ ਖਾਲਸਾ ਫੂਡ ਕਾਰਨਰ। ਭੈਣ ਜੀ ਜਸਪ੍ਰੀਤ ਕੌਰ ਜਿਹੜੇ ਕਿ यूपी ਦੇ ਰਹਿਣ ਵਾਲੇ ਨੇ ਔਰ ਜਿਨ੍ਹਾਂ ਦੇ ਆਨੰਦ ਕਾਰਜ ਜਿਨ੍ਹਾਂ ਦੀ ਮੈਰਿਜ ਤਰਨਤਾਰਨ ਦੇ ਵਿੱਚ ਹੋਈ। ਇਹਨਾਂ ਨੇ ਆਪਣੇ ਪਤੀ ਨੂੰ ਨਾਲ ਲੈ ਕੇ ਇੱਕ ਫੂਡ ਕਾਰਨਰ ਖੋਲ੍ਹਿਆ, ਫਾਸਟ ਫੂਡ ਦੀ ਦੁਕਾਨ ਖੋਲ੍ਹੀ। ਅੱਜ ਕਿਵੇਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਔਰ ਕਿੰਨੇ ਕੁ ਖੁਸ਼ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। मैं वीर जी डबल MA की है। उस तरह मैं अपने मेरे पेके है ने यूपी बरेली के, ठीक है जी। मैं उत्थों की डबल MA की हुई है। मैं मैरिज तो पहला टीचिंग जॉब भी करती थी। मैं गौरमेंट जॉब के बहुत पेपर भी दिते ने, रेलवे के भी दिते ने, PCS के भी दिते ने, काफ़ी कुछ दिता है जी। पिछले लॉकडाउन तो मेरे हसबैंड को बहुत ज़्यादा लॉस होया। फिर असी दोनों ने डिसीजन लिया कि असी मिल के अपना काम स्टार्ट करते हैं, क्योंकि मेरी फैमिली को कुकिंग बहुत पसंद। तो संगत यह कहती सी कि भैन जी तुसीं लंगर बहुत स्वाद बनाते, असीं तुहाडे हाथ दा लंगर छकना है। तो संगत ने बहुत प्यार दिता ते संगत की आशीष करके असीं इत्थे तक पहुँचे जी। ਇੱਥੇ ਸਾਡੇ ਕੋਲ ਵੀਰ ਜੀ ਹੈਗੇ ਨੇ KFC ਸਪਰਿੰਗ ਰੋਲ, KFC ਸਟਾਈਲ ਮਤਲਬ ਕਰੰਚੀ ਸਪਰਿੰਗ ਰੋਲ ਹੁੰਦੇ ਨੇ, ਕਰੀਮੀ ਸਪਰਿੰਗ ਰੋਲ ਹੁੰਦੇ ਨੇ, ਸਿੰਪਲ ਸਪਰਿੰਗ ਰੋਲ ਹੁੰਦੇ ਨੇ, ਮੋਮੋਜ਼ ਸਟੀਮ ਹੁੰਦੇ ਨੇ, ਸਟੀਮ ਕਰੀਮੀ ਮੋਮੋਜ਼ ਹੁੰਦੇ ਨੇ, ਫਰਾਈ ਮੋਮੋਜ਼ ਕਰੰਚੀ ਫਰਾਈ ਮੋਮੋਜ਼ ਕਰੀਮੀ ਕਰਦੇ ਆ। ਆਪਣੇ ਕੋਲ ਮਲਾਈ ਚਾਂਪ ਹੁੰਦੀ ਹੈ, ਅਚਾਰੀ ਚਾਂਪ ਹੁੰਦੀ ਹੈ, ਪੁਦੀਨਾ ਚਾਂਪ ਹੁੰਦੀ ਹੈ ਤੇ ਅਚਾਰੀ ਚਾਂਪ ਹੁੰਦੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ KFC ਸਟਾਈਲ ਇੱਕ ਅਸੀਂ ਨਵੀਂ ਚਾਂਪ ਆਪਣੀ ਸਟਾਰਟ ਕੀਤੀ ਹੈ, ਉਹ ਵੀ ਸਾਡੇ ਕੋਲ ਹੁੰਦੀ ਹੈ ਜੀ। ਤੇ ਆਪਣੇ ਹਰ ਤਰੀਕੇ ਦੇ 버ਗਰ ਹੁੰਦੇ ਨੇ ਸਾਡੇ ਕੋਲ, ਸਿੰਪਲ 버ਗਰ, ਪਨੀਰ 버ਗਰ, ਚੀਜ਼ ਸਲਾਈਸ 버ਗਰ, ਪਾਈਨਐਪਲ 버ਗਰ, ਚੀਜ਼ ਸਲਾਈਸ ਪਾਈਨਐਪਲ 버ਗਰ, ਹਰ ਤਰੀਕੇ ਦਾ 버ਗਰ ਤਿਆਰ ਕਰਦੇ ਆ। ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਤੇ ਮੇਰੇ ਹਸਬੈਂਡ ਦਾ ਇੰਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਸਹਿਯੋਗ ਹੈਗਾ ਇੱਕ ਦੂਸਰੇ ਨੂੰ ਕਿ ਅਸੀਂ ਇੱਕ ਦੂਸਰੇ ਦੇ ਸਹਿਯੋਗ ਨਾਲ ਬਹੁਤ ਤਰੱਕੀ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਣ। ਆਪਾਂ ਇਹ ਸੋਚਿਆ ਸੀ ਕਿ ਚਲੋ ਕਿਧਰੇ ਨਾ ਕਿਧਰੇ ਚੰਗੀ ਜੌਬ ਲੱਗੇਗੀ, ਆਪਾਂ ਅੱਗੇ ਤੱਕ ਪਹੁੰਚਾਂਗੇ। ਪਰ ਲੇਕਿਨ ਚਲੋ ਕੋਈ ਗੱਲ ਨਹੀਂ, ਆਪਾਂ ਪਰ ਹਿੰਮਤ ਨਹੀਂ ਹਾਰੀ, ਅੱਗੇ ਵਧੇ ਹਾਂ, ਪਿੱਛੇ ਨਹੀਂ ਮੁੜ ਕੇ ਵੇਖਣਾ। ਹੁਣ ਜੋ ਮਰਜ਼ੀ ਦੁਨੀਆ ਕਹਿੰਦੀ ਰਹੇ, ਜਿੱਦਾਂ ਮਰਜ਼ੀ ਕਹਿੰਦੇ ਰਹੇ, ਆਪਾਂ ਅੱਗੇ ਹੀ ਵਧਾਂਗੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਹਾਡਾ ਸਵਾਗਤ ਹੈ ਨਿਰਵੈਰ TV ਦੇ ਵਿੱਚ। ਥੈਂਕ ਯੂ ਸੋ ਮਚ ਜੀ। ਦੇਖਦੇ ਪਏ ਸਾਂ ਜਦੋਂ ਆਪਾਂ ਲੰਘੇ ਇੱਥੋਂ ਦੇਖਿਆ ਕਿ ਤੁਸੀਂ ਦੋਵੇਂ ਹਸਬੈਂਡ ਵਾਈਫ ਪੜ੍ਹੇ ਲਿਖੇ ਵੀ ਲੱਗਦੇ ਹੋ ਔਰ ਅੰਮ੍ਰਿਤਧਾਰੀ ਵੀ ਹੋ, ਪਰਿਵਾਰ ਤੁਹਾਡਾ ਸਾਰਾ ਅੰਮ੍ਰਿਤਧਾਰੀ ਹੈ। ਜਿਹੜਾ ਇਹ ਚਾਂਪ ਦਾ ਕੰਮ ਸ਼ੁਰੂ ਕੀਤਾ ਹੈ ਤੁਸੀਂ, ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਹੈ, ਕਦੋਂ ਤੋਂ ਕਰ ਰਹੇ ਤੁਸੀਂ? ਇਹ ਸਾਨੂੰ ਕਰਦੇ ਹੋਏ ਪਿਛਲੇ 1 ਸਾਲ ਤੋਂ ਅਸੀਂ ਕੰਮ ਕਰਦੇ ਪਏ ਹਾਂ ਜੀ। ਪਿਛਲੇ 1 ਸਾਲ ਤੋਂ ਕੰਮ ਕਰਦੇ ਕਰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਇੰਨਾ ਅੱਛਾ ਰਿਸਪੌਂਸ ਮਿਲਿਆ, ਸਾਡੇ ਕਸਟਮਰ ਤੋਂ ਵੀ ਤੇ ਸਾਡੀ ਫੈਮਿਲੀ ਦਾ ਸਪੋਰਟ ਬਹੁਤ ਅੱਛਾ ਰਿਹਾ। ਤਾਂ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਜੀ। ਸ਼ੁਰੂਆਤ ਭੈਣ ਜੀ ਤੁਹਾਨੂੰ ਇਹ ਪਹਿਲਾਂ ਇਸ ਤੋਂ ਪਹਿਲਾਂ ਹੋਰ ਵੀ ਕੁਝ ਕੀਤਾ, ਕੋਈ ਨੌਕਰੀ ਕੀਤੀ ਜਾਂ ਕੋਈ ਪੜ੍ਹਾਈ ਕੀਤੀ, ਉਹ ਥੋੜਾ ਦੱਸੋ ਤੁਸੀਂ। ਮੈਂ ਵੀਰ ਜੀ ਡਬਲ MA ਕੀਤੀ ਹੈ। ਉਸ ਤਰ੍ਹਾਂ ਮੈਂ ਆਪਣੇ ਮੇਰੇ ਪੇਕੇ ਹੈਗੇ ਨੇ यूपी बरेली ਦੇ, ਠੀਕ ਹੈ ਜੀ। ਮੈਂ ਉੱਥੋਂ ਦੀ ਡਬਲ MA ਕੀਤੀ ਹੋਈ ਹੈ। ਮੈਂ ਮੈਰਿਜ ਤੋਂ ਪਹਿਲਾਂ ਟੀਚਿੰਗ ਜੌਬ ਵੀ ਕਰਦੀ ਸੀ। ਇੱਥੇ ਮੈਂ ਬਹੁਤ ਕੋਸ਼ਿਸ਼ ਕੀਤੀ ਜੌਬ ਲੱਭਣ ਦੀ। ਮੈਂ ਗੌਰਮੈਂਟ ਜੌਬ ਦੇ ਬਹੁਤ ਪੇਪਰ ਵੀ ਦਿੱਤੇ ਨੇ, ਰੇਲਵੇ ਦੇ ਵੀ ਦਿੱਤੇ ਨੇ, PCS ਦੇ ਵੀ ਦਿੱਤੇ ਨੇ, ਕਾਫੀ ਕੁਝ ਦਿੱਤਾ ਹੈ ਜੀ। ਤੇ ਉਹਦੇ ਬਾਅਦ ਮੈਨੂੰ ਕੋਈ ਸੋਲੂਸ਼ਨ ਨਹੀਂ ਕਿਸੇ ਪਾਸਿਓਂ ਲੱਭਿਆ। ਫਿਰ ਹਾਰ ਕੇ ਅਸੀਂ ਪਿਛਲੇ ਲੌਕਡਾਊਨ ਤੋਂ ਮੇਰੇ ਹਸਬੈਂਡ ਨੂੰ ਬਹੁਤ ਜ਼ਿਆਦਾ ਲੌਸ ਹੋਇਆ। ਫਿਰ ਅਸੀਂ ਦੋਨਾਂ ਨੇ ਡਿਸੀਜਨ ਲਿਆ ਕਿ ਅਸੀਂ ਮਿਲ ਕੇ ਆਪਣਾ ਕੰਮ ਸਟਾਰਟ ਕਰਦੇ ਹਾਂ, ਕਿਉਂਕਿ ਮੇਰੀ ਫੈਮਿਲੀ ਨੂੰ ਕੁਕਿੰਗ ਬਹੁਤ ਪਸੰਦ ਸੀਗੀ। ਉਹ ਕਹਿੰਦੇ ਬੇਟਾ ਤੁਸੀਂ ਕੁਕਿੰਗ ਇੰਨੀ ਸੋਹਣੀ ਕਰਦੇ ਹੋ, ਸਭ ਕੁਝ ਤੁਹਾਨੂੰ ਆਉਂਦਾ ਹੈ, ਕੋਈ ਗੱਲ ਨਹੀਂ ਆਪਾਂ ਆਪਣਾ ਰਲ ਮਿਲ ਕੇ ਕੰਮ ਕਰਦੇ ਹਾਂ। ਬੱਚਾ ਅਸੀਂ ਸਾਂਭਾਂਗੇ। ਮੇਰੀ 2.5 ਸਾਲ ਦੀ ਗੁੜੀਆ ਹੈ ਨੂਰਜੋਤ ਕੌਰ, ਹਾਂਜੀ। ਤੇ ਉਹਨੂੰ ਮੇਰੀ ਫੈਮਿਲੀ ਦੀ ਸਪੋਰਟ ਨਾਲ ਗੁੜੀਆ ਸਾਂਭੀ ਜਾਂਦੀ ਹੈ, ਰਲ ਮਿਲ ਕੇ ਅਸੀਂ ਸਾਂਭਦੇ ਹਾਂ। ਮੈਂ ਘਰ ਦਾ ਵੀ ਕੰਮ ਕਰਦੀ ਹਾਂ ਤੇ ਇੱਥੇ ਆ ਕੇ ਆਪਣੇ ਬਿਜ਼ਨਸ ਦਾ ਵੀ ਕੰਮ ਕਰਦੀ ਹਾਂ। ਆਪਣੇ ਹਸਬੈਂਡ ਨਾਲ ਤੇ ਆਪਣੇ ਫਾਦਰ ਇਨ ਲਾਅ ਨੂੰ ਪੂਰਾ ਸਪੋਰਟ ਦਿੰਦੀ ਹਾਂ। ਮੈਰਿਜ ਨੂੰ ਭੈਣ ਜੀ ਕਿੰਨੀ ਦੇਰ ਹੋਈ ਤੁਹਾਡੀ? ਮੇਰੀ ਮੈਰਿਜ ਨੂੰ ਹਲੇ 4 ਸਾਲ ਹੋਏ ਨੇ ਜੀ। ਹਾਂਜੀ, ਮੇਰੇ ਪੇਕੇ ਬਹੁਤ ਦੂਰ ਹੈਗੇ ਨੇ, यूपी ਦੇ ਹੈਗੇ ਨੇ ਤੇ ਮੈਂ ਪੇਕੇ ਆਪਣੀ ਛੇਤੀ ਛੇਤੀ ਜਾ ਨਹੀਂ ਪਾਉਂਦੀ। ਗੁਰੂ ਸਾਹਿਬ ਦੀ ਇੰਨੀ ਕਿਰਪਾ ਹੈ ਕਿ ਮੈਨੂੰ ਇਸ ਫੈਮਿਲੀ ਨਾਲ ਇੰਨਾ ਪਿਆਰ ਹੈਗਾ ਕਿ ਮੇਰਾ ਛੇਤੀ ਜੀ ਵੀ ਨਹੀਂ ਕਰਦਾ ਜਾਣ ਦਾ।
ਅੱਛਾ, ਇੱਕ ਗੱਲ ਹੋਰ ਵੀ ਹੈ ਭੈਣ ਜੀ, ਜਦੋਂ ਆਪਾਂ ਨਵਾਂ ਸਟਾਰਟ ਕਰਦੇ ਹਾਂ ਖਾਸ ਕਰਕੇ ਕੰਮ ਪਬਲਿਕ ਡੀਲਿੰਗ ਔਰ ਨਾਲ ਜਿਵੇਂ ਫਾਸਟ ਫੂਡ ਦਾ ਹਨਾ, ਬੜੀ ਭੱਜ ਨੱਸ ਵੀ ਕਰਨੀ ਪੈਂਦੀ ਆ, ਉਧਰੋਂ ਗਰਮੀ ਦੇ ਦਿਨ ਵੀ ਆ, ਸ਼ੁਰੂ ਦੌਰਾਨ ਦੇ ਵਿੱਚ ਕੋਈ ਮੁਸ਼ਕਲਾਂ ਵੀ ਆਈਆਂ ਹੋਣਗੀਆਂ? ਗੁਰੂ ਸਾਹਿਬ ਦੀ ਇੰਨੀ ਕਿਰਪਾ ਰਹੀ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਤੰਦਰੁਸਤੀ ਬਖਸ਼ੀ ਹੈ ਤੇ ਚੜ੍ਹਦੀ ਕਲਾ ਬਖਸ਼ੀ ਹੈ ਕਿ ਆਪਾਂ ਬਹੁਤ ਛੇਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਮ ਕਰੀ ਜਾਂਦੇ ਹਾਂ ਭੱਜ ਕੇ। ਆਈਡੀਆ ਕਿਹਦਾ ਸੀ, ਤੁਹਾਡਾ ਸੀ ਜਾਂ ਤੁਹਾਡੇ ਹਸਬੈਂਡ ਦਾ ਆਈਡੀਆ? ਇਹ ਤੁਸੀਂ ਮੇਰੇ ਹਸਬੈਂਡ ਤੋਂ ਸੁਜੈਸਟ ਕਰਿਓ ਜੀ। ਹਾਂਜੀ, ਉਹ ਦੱਸਣਗੇ ਜੀ। ਤੇ ਫਿਰ ਜਦੋਂ ਸ਼ੁਰੂਆਤ ਦੌਰਾਨ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਛੋਟੇ ਤੁਹਾਡੇ ਬੱਚੇ ਵੀ ਆ, ਉਹ ਫਿਰ ਕਿਵੇਂ ਸਾਰਾ ਮੈਨੇਜ ਕੀਤਾ ਜੀ? ਮੇਰੇ ਮਦਰ ਇਨ ਲੋ ਤੇ ਮੇਰੇ ਫਾਦਰ ਇਨ ਲੋ, ਅਸੀਂ ਸਾਰਿਆਂ ਨੇ ਰਲ ਮਿਲ ਕੇ ਮੈਨੇਜ ਕੀਤਾ ਜੀ। ਮਦਰ ਇਨ ਲੋ ਗੁੜੀਆ ਨੂੰ ਸਾਂਭਦੇ ਸੀ। ਹਾਂਜੀ, ਫਿਰ ਮੈਂ ਇੱਥੇ ਆ ਕੇ ਕੰਮ ਕਰਦੀ ਸੀ, ਘਰ ਜਾ ਕੇ ਫਿਰ ਉਹਨੂੰ ਵੇਖਦੀ ਸੀਗੀ। ਹਾਂਜੀ, ਤੁਹਾਨੂੰ ਪਤਾ ਛੋਟੇ ਬੱਚੇ ਨਾਲ ਹੋਣ ਫਿਰ ਉਹਨਾਂ ਨਾਲ ਸਾਨੂੰ ਨਿੰਦਰਾਂ ਵੀ ਨਹੀਂ ਪੂਰੀ ਹੁੰਦੀਆਂ, ਬਹੁਤ ਔਖਾ ਹੁੰਦਾ ਹੈ। ਪਰ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੂੰ ਆਪਾਂ ਅਰਦਾਸ ਕਰਦੇ ਹਾਂ, ਰਾਤੀ ਆਪਣਾ ਨਿਤਨੇਮ ਕਰਕੇ ਸੋਈਦਾ ਹੈ। ਗੁਰੂ ਸਾਹਿਬ ਸਾਡੇ ਤੋਂ ਜਿੰਨੀ ਸੇਵਾ ਕਰਦੇ ਆਪਾਂ ਕਰ ਆਉਂਦੇ ਹਾਂ। ਠੀਕ ਹੈ ਜੀ, ਆਪਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਅਖੰਡ ਕੀਰਤਨੀ ਜਿੱਥੇ ਸਮਾਗਮ ਹੁੰਦੇ ਨੇ, ਜਿੰਨੀ ਗੁਰੂ ਸਾਹਿਬ ਸੇਵਾ ਲੈਂਦੇ ਨੇ ਆਪਾਂ ਜਾਂਦੇ ਹਾਂ ਸਮਾਗਮਾਂ ਤੇ। ਕੀਰਤਨ ਹੁੰਦਾ ਹੈ, ਗੁਰਬੀਰ ਵੀਰ ਜੀ ਦੇ ਘਰ ਕੀਰਤਨ ਹੁੰਦਾ ਹੈ ਵੀਰਵਾਰ ਤੇ ਵੀਰਵਾਰ, ਆਪਾਂ ਉੱਥੇ ਵੀ ਜਾਂਦੇ ਹਾਂ। ਬੁੱਧਵਾਰ ਸਾਡੇ ਗੰਦੇ ਵਾਲੀ ਧਰਮਸ਼ਾਲਾ ਕੀਰਤਨ ਹੁੰਦਾ ਜੱਥੇ ਦਾ, ਉੱਥੇ ਵੀ ਅਸੀਂ ਜਾਂਦੇ ਹਾਂ। ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨੀ ਗੁਰੂ ਸਾਹਿਬ ਸੇਵਾ ਲੈਂਦੇ ਨੇ। ਤੇ ਸਭ ਤੋਂ ਪਹਿਲਾ ਮੇਨ ਮੇਰਾ ਜਿਹੜਾ ਸਿਸਟਮ ਸੀਗਾ ਨਾ ਕੁਕਿੰਗ ਦਾ, ਮੈਨੂੰ ਸੰਗਤ ਨੇ ਬਹੁਤ ਪਿਆਰ ਦਿੱਤਾ। ਹਾਂਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਜਦੋਂ ਮੈਂ ਮੈਰਿਜ ਹੋ ਕੇ ਆਈ ਹਾਂ ਨਾ, ਮੈਂ ਆਪਣੀ ਸੰਗਤ ਵਾਸਤੇ ਤੜਫਦੀ ਸੀ। ਹਾਂਜੀ, ਮੈਂ ਮੈਰਿਜ ਤੋਂ ਪਹਿਲਾਂ ਆਪਣੇ ਉੱਥੇ ਅਖੰਡ ਕੀਰਤੀ ਜਿੱਥੇ ਹੀ ਸੰਗਤ ਕਰਦੀ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਨਾਲ ਇੰਨਾ ਪਿਆਰ ਸੀਗਾ, ਇੱਥੇ ਆ ਕੇ ਮੈਨੂੰ ਸੰਗਤ ਦੀ ਤੜਫ ਸੀਗੀ ਕਿ ਮੈਨੂੰ ਆਪਣੀ ਸੰਗਤ ਮਿਲੇ। ਮੈਂ ਇੱਕ ਦਿਨ ਆਪਣੇ ਕੱਪੜੇ ਸੁੱਕਣ ਵਾਸਤੇ ਪਾਏ ਸੀ, ਮੈਨੂੰ ਸੰਗਤ ਦੀ ਆਵਾਜ਼ ਆਈ ਕੀਰਤਨ ਦੀ, ਤੇ ਮੈਂ ਆਪਣੇ ਹਸਬੈਂਡ ਨੂੰ ਫੋਨ ਕਰਕੇ ਕਿਹਾ ਕਿ ਮੈਂ ਆਪਣੀ ਅਖੰਡ ਕੀਰਤਨੀ ਜਿੱਥੇ ਹੀ ਸੰਗਤ 'ਚ ਜਾਣਾ ਚਾਹੁੰਦੀ ਹਾਂ ਤੇ ਮੈਨੂੰ ਸੰਗਤ 'ਤੇ ਲੈ ਕੇ ਚਲੋ। ਮੇਰੇ ਹਸਬੈਂਡ ਨੇ ਕਿਹਾ ਕੋਈ ਗੱਲ ਨਹੀਂ, ਆਪਾਂ ਤੈਨੂੰ ਲੈ ਕੇ ਚੱਲਦੇ ਹਾਂ। ਤੇ ਮੇਰੇ ਮੈਰਿਜ ਤੋਂ ਪਹਿਲਾਂ ਮੇਰੇ ਬ੍ਰਦਰ ਨੇ ਮੇਰੀ ਮਦਰ ਇਨ ਲਾਅ ਨੂੰ ਰਿਕੁਐਸਟ ਕੀਤੀ ਸੀ ਕਿ ਮੇਰੀ ਸਿਸਟਰ ਨੂੰ ਸਮਾਗਮ ਤੇ ਜਾਣ ਦਾ ਬਹੁਤ ਸ਼ੌਕ ਹੈਗਾ ਹੈ, ਉਹ ਸਮਾਗਮ ਤੇ ਬਹੁਤ ਖੁਸ਼ੀ ਨਾਲ ਜਾਂਦੀ ਹੈ, ਤੁਸੀਂ ਪਲੀਜ਼ ਉਹਨੂੰ ਸਮਾਗਮ ਤੋਂ ਨਾ ਰੋਕਿਓ ਟੋਕਿਓ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਫੈਮਿਲੀ ਨੇ ਵੀ ਮੈਨੂੰ ਰੋਕਦੀ ਹੈ। ਹੁਣੇ ਥੋੜੇ ਦਿਨ ਪਹਿਲਾਂ ਸਾਡੇ ਘਰ ਫੈਮਿਲੀ ਦੇ ਵਿੱਚ ਸਮਾਗਮ ਹੋਇਆ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਕੋਲ ਕੀਰਤਨੀਏ ਸਿੰਘ ਆਏ ਨੇ, ਜਲੰਧਰ ਤੋਂ ਵੀ ਆਏ, ਦਿਆਲਪੁਰ ਤੋਂ ਵੀ ਆਏ, ਅੰਮ੍ਰਿਤਸਰ ਤੋਂ ਕਾਫੀ ਸੰਗਤ ਆਈ। ਗੁਰੂ ਸਾਹਿਬ ਨੇ ਬਹੁਤ ਚੜ੍ਹਦੀ ਕਲਾ 'ਚ ਸਮਾਗਮ ਕਰਾਇਆ ਤੇ ਰੱਬ ਦੀ ਕਿਰਪਾ ਨਾਲ ਸਾਰਾ ਸਮਾਗਮ ਦੀ ਲੰਗਰ ਦੀ ਸੇਵਾ ਇਸ ਬੱਚੀ ਨੇ ਆਪ ਸੰਭਾਲੀ ਸੀ ਜੀ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਵੀ ਆਪਣਾ ਸਮਾਗਮ ਹੁੰਦੇ ਸੀ ਪਹਿਲੇ, ਤੇ ਸੰਗਤ ਇਹ ਕਹਿੰਦੀ ਸੀ ਕਿ ਭੈਣ ਜੀ ਤੁਸੀਂ ਲੰਗਰ ਬਹੁਤ ਸਵਾਦ ਬਣਾਉਂਦੇ ਹੋ, ਅਸੀਂ ਤੁਹਾਡੇ ਹੱਥ ਦਾ ਲੰਗਰ ਛਕਣਾ ਹੈ। ਤੇ ਸੰਗਤ ਨੇ ਬਹੁਤ ਪਿਆਰ ਦਿੱਤਾ ਤੇ ਸੰਗਤ ਦੀ ਆਸ਼ੀਸ਼ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਜੀ। ਮਤਲਬ ਤੁਸੀਂ ਜੋ ਕੁਝ ਅੱਜ ਜੋ ਵੀ ਤੁਸੀਂ ਕਰ ਰਹੇ ਹੋ, ਤੁਸੀਂ ਇਹੋ ਸਮਝਦੇ ਹੋ ਕੋਈ ਸੰਗਤ ਦੀਆਂ ਅਸੀਸਾਂ ਨੇ ਤੁਹਾਨੂੰ ਇੱਥੇ ਪਹੁੰਚਾਇਆ? ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈਗੀ ਹੈ ਜੀ, ਗੁਰੂ ਸਾਹਿਬ ਦੀ ਕਿਰਪਾ ਨਾਲ। ਹੁਣ ਇੱਥੇ ਕੀ ਤੁਸੀਂ ਬਣਾ ਰਹੇ ਹੋ ਜੀ? ਇੱਥੇ ਸਾਡੇ ਕੋਲ ਵੀਰ ਜੀ ਹੈਗੇ ਨੇ KFC ਸਪਰਿੰਗ ਰੋਲ, KFC ਸਟਾਈਲ, ਮਤਲਬ ਕਰੰਚੀ ਸਪਰਿੰਗ ਰੋਲ ਹੁੰਦੇ ਨੇ, ਕਰੀਮੀ ਸਪਰਿੰਗ ਰੋਲ ਹੁੰਦੇ ਨੇ, ਸਿੰਪਲ ਸਪਰਿੰਗ ਰੋਲ ਹੁੰਦੇ ਨੇ, ਮੋਮੋਜ਼ ਸਟੀਮ ਹੁੰਦੇ ਨੇ, ਸਟੀਮ ਕਰੀਮੀ ਮੋਮੋਜ਼ ਹੁੰਦੇ ਨੇ, ਫਰਾਈ ਮੋਮੋਜ਼ ਕਰੰਚੀ, ਫਰਾਈ ਮੋਮੋਜ਼ ਕਰੀਮੀ ਕਰਦੇ ਆ। ਆਪਣੇ ਕੋਲ ਮਲਾਈ ਚਾਂਪ ਹੁੰਦੀ ਹੈ, ਅਚਾਰੀ ਚਾਂਪ ਹੁੰਦੀ ਹੈ, ਪੁਦੀਨਾ ਚਾਂਪ ਹੁੰਦੀ ਹੈ ਤੇ ਅਚਾਰੀ ਚਾਂਪ ਹੁੰਦੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ KFC ਸਟਾਈਲ ਇੱਕ ਅਸੀਂ ਨਵੀਂ ਚਾਂਪ ਆਪਣੀ ਸਟਾਰਟ ਕੀਤੀ ਹੈ, ਉਹ ਵੀ ਸਾਡੇ ਕੋਲ ਹੁੰਦੀ ਹੈ ਜੀ। ਤੇ ਆਪਣੇ ਹਰ ਤਰੀਕੇ ਦੇ 버ਗਰ ਹੁੰਦੇ ਨੇ ਸਾਡੇ ਕੋਲ, ਸਿੰਪਲ 버ਗਰ, ਪਨੀਰ 버ਗਰ, ਚੀਜ਼ ਸਲਾਈਸ 버ਗਰ, ਪਾਈਨਐਪਲ 버ਗਰ, ਚੀਜ਼ ਸਲਾਈਸ ਪਾਈਨਐਪਲ 버ਗਰ, ਹਰ ਤਰੀਕੇ ਦਾ 버ਗਰ ਤਿਆਰ ਕਰਦੇ ਆ। ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰਾ ਤੇ ਮੇਰੇ ਹਸਬੈਂਡ ਦਾ ਇੰਨਾ ਗੁਰੂ ਸਾਹਿਬ ਦੀ ਕਿਰਪਾ ਨਾਲ ਸਹਿਯੋਗ ਹੈਗਾ ਇੱਕ ਦੂਸਰੇ ਨੂੰ ਕਿ ਅਸੀਂ ਇੱਕ ਦੂਸਰੇ ਦੇ ਸਹਿਯੋਗ ਨਾਲ ਬਹੁਤ ਤਰੱਕੀ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ। ਭੈਣ ਜੀ ਜਿੰਨੀਆਂ ਤੁਸੀਂ ਆਈਟਮਾਂ ਦਾ ਨਾਂ ਲੈ ਲਿਆ ਵਾ, ਮੈਨੂੰ ਤੇ ਉਹਨੀਆਂ ਯਾਦ ਨਹੀਂ ਰਹਿਣੀਆਂ, ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਬਣਾਉਣ ਦਾ ਕੋਈ ਸਪੈਸ਼ਲ ਕੋਈ ਕੁਕਿੰਗ ਦਾ ਤੁਸੀਂ ਕੋਰਸ ਕੀਤਾ ਕਿ ਜਾਂ ਇਹ ਆਪਣੇ ਆਪ ਹੀ ਆ ਗਿਆ ਜੀ? ਗੁਰੂ ਸਾਹਿਬ ਦੀ ਕਿਰਪਾ ਨਾਲ ਕੁਝ ਚਲੋ ਗੁਰੂ ਸਾਹਿਬ ਦੀ ਮਿਹਰ ਹੈਗੀ ਹੈ ਕਿ ਕੁਝ ਹੁਨਰ ਵੀ ਹੈਗਾ ਹੈ ਤੇ ਕੁਝ ਮਤਲਬ ਵੇਖ ਵਿਖਾ ਕੇ ਵੀ ਬੰਦਾ ਥੋੜਾ ਬਹੁਤ ਸਿੱਖ ਜਾਂਦਾ ਹੈ। ਠੀਕ ਹੈ ਨਾ, ਕਿ ਜਿਸ ਤਰ੍ਹਾਂ ਆਪਾਂ ਕਿਧਰੇ ਵੀ ਜਾਂਦੇ ਆ ਉੱਥੇ ਕੋਈ ਨਵੀਂ ਚੀਜ਼ ਵੇਖੀ, ਖੈਰ ਸਾਡੀ ਜਿੰਨੀ ਵੀ ਆਈਟਮ ਹੈਗੀ ਹੈ ਇਹ ਅਸੀਂ ਕਿਧਰੇ ਨਹੀਂ ਵੇਖੀਆਂ ਨੇ, ਇਹ ਸਾਡੀ ਸਭ ਤੋਂ ਸਪੈਸ਼ਲ ਸਭ ਤੋਂ ਵੱਖਰੀ ਹੈਗੀਆਂ ਨੇ। ਤੁਸੀਂ ਜਿੱਥੇ ਮਰਜ਼ੀ ਜੋ ਮਰਜ਼ੀ ਚੀਜ਼ ਟਰਾਈ ਕਰੋ, ਸਾਡੇ ਤੋਂ ਵੱਖਰੀ ਮਿਲੇਗੀ ਸਾਰਿਆਂ ਤੋਂ। ਹਾਂਜੀ, ਗੁਰੂ ਸਾਹਿਬ ਦੀ ਬਹੁਤ। ਇੱਕ ਗੱਲ ਹੋਰ ਮੈਂ ਦੇਖ ਰਿਹਾ ਕਿ ਤੁਹਾਡੇ ਕੋਲ ਅੰਮ੍ਰਿਤਧਾਰੀ ਸਿੰਘ ਬਹੁਤ ਆਉਂਦੇ ਇੱਥੇ, ਹਨਾ? ਤੇ ਮੇਰੇ ਖਿਆਲ ਦੇ ਵਿੱਚ ਜਿਵੇਂ ਆਮ ਤੌਰ ਤੇ ਜਿਹੜੇ ਅੰਮ੍ਰਿਤਧਾਰੀ ਸਿੰਘ ਆ ਉਹਨਾਂ ਨੂੰ ਇੱਕ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਕਿ ਸੁੱਚਮਤਾ ਉਹਨਾਂ ਨੂੰ ਨਹੀਂ ਕਿਤੇ ਮਿਲਦੀ।
ਇੱਥੇ ਤੁਸੀਂ ਜਿਹੜੇ ਅੰਮ੍ਰਿਤਧਾਰੀ ਸਿੰਘ ਆ ਉਹਨਾਂ ਲਈ ਕਿਵੇਂ ਤੁਸੀਂ ਤਿਆਰ ਕਰਦੇ ਹੋ, ਵੱਖਰਾ ਕਰਦੇ ਹੋ ਕਿ ਜਾਂ ਸਾਰਿਆਂ ਦੇ ਨਾਲ ਹੀ ਉਵੇਂ ਹੀ ਤੁਸੀਂ ਕਰਦੇ ਹੋ ਉਹਨਾਂ ਨੂੰ? ਵੀਰ ਜੀ ਜਿੱਦਾਂ ਵੀ ਹੈਗਾ ਅਸੀਂ ਸਾਰਾ ਸਮਾਨ ਕਰਦੇ ਇਕੱਠਾ ਹੀ ਤਿਆਰ ਹੈਗੇ ਆ, ਠੀਕ ਹੈ। ਬਾਕੀ ਇਹ ਹੈਗਾ ਸਾਰੀ ਸੂਖਮਤਾ ਨੂੰ ਹਰ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਕਰਦੇ ਆ। ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਕੋਲ ਗੁਰਸਿੱਖ ਵੀਰ ਬਹੁਤ ਆਉਂਦੇ ਨੇ, ਗੁਰਸਿੱਖ ਵੀਰਾਂ ਦਾ ਬਹੁਤ ਪਿਆਰ ਹੈਗਾ ਹੈ, ਜਿਨ੍ਹਾਂ ਦੇ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਇਸ ਤੋਂ ਅੱਗੇ ਵੀ ਗੁਰੂ ਸਾਹਿਬ ਲੈ ਕੇ ਜਾਣਗੇ। ਕੀ ਮਹਿਸੂਸ ਕਰਦੇ ਹੋ ਅੱਜ ਤੁਹਾਡਾ ਆਪਣਾ ਬਿਜ਼ਨਸ ਹੈ, ਆਪਣਾ ਕਾਰੋਬਾਰ ਤੁਸੀਂ ਕਰ ਰਹੇ ਹੋ, ਗੁਰੂ ਸਾਹਿਬ ਜੀ ਕਿਰਪਾ ਕਰਨ, ਜਿੰਨਾ ਤੁਹਾਡਾ ਗੁਰੂ ਸਾਹਿਬ ਜੀ ਦੇ ਉੱਪਰ ਭਰੋਸਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਇੱਕ ਬਹੁਤ ਵੱਡਾ ਖਾਲਸਾ ਰੈਸਟੋਰੈਂਟ ਇੱਥੇ ਬਣੇ। ਤੁਸੀਂ ਕੀ ਸੋਚਦੇ ਹੋ, ਆਉਣ ਵਾਲੇ ਸਮੇਂ 'ਚ ਕੀ ਸੋਚਦੇ ਹੋ, ਕਿੱਥੋਂ ਤੱਕ ਇਸ ਕੰਮ ਨੂੰ ਲੈ ਕੇ ਜਾਣਾ ਚਾਹੁੰਦੇ ਹੋ? ਸਾਨੂੰ ਜਿੱਥੇ ਤੱਕ ਗੁਰੂ ਸਾਹਿਬ ਸਾਡੀ ਸੇਵਾ ਲਿਖੀ ਹੋਏਗੀ ਆਪਾਂ ਜ਼ਰੂਰ ਕਰਾਂਗੇ ਜੀ। ਜਿੱਥੇ ਤੱਕ ਗੁਰੂ ਸਾਹਿਬ ਲੈ ਕੇ ਜਾਣਗੇ, ਜਿੱਥੇ ਗੁਰੂ ਸਾਹਿਬ ਰੱਖਣਗੇ ਆਪਾਂ ਉਹਦੇ 'ਚ ਖੁਸ਼ ਰਵਾਂਗੇ। ਅਸੀਂ ਗੁਰੂ ਸਾਹਿਬ ਦੀ ਰਜ਼ਾ 'ਚ ਖੁਸ਼ ਹੈਗੇ ਹਾਂ ਜੀ, ਤੇ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰ ਹੈਗਾ ਕਿ ਜਦੋਂ ਇੱਥੇ ਤੱਕ ਲਿਆਏ ਨੇ ਤੇ ਅੱਗੇ ਤੱਕ ਵੀ ਲੈ ਕੇ ਜਾਣਗੇ ਜੀ। ਤੁਹਾਡੇ ਕੋਲ ਜਦੋਂ ਲੋਕ ਤੁਹਾਡੇ ਕੋਲ ਆਉਂਦੇ ਹੋਣੇ ਆ, ਕੁਝ ਲੇਡੀਜ਼ ਵੀ ਆਉਂਦੇ ਆ, ਕੁਝ ਜੈਂਟਸ ਵੀ ਆਉਂਦੇ ਆ, ਉਹਨਾਂ ਦਾ ਤੁਹਾਡੇ ਨਾਲ ਕਿਵੇਂ ਦਾ ਵਿਵਹਾਰ ਹੈ? ਇੱਕ ਤੁਹਾਡਾ ਰਿਲੇਸ਼ਨ ਵਧੀਆ ਬਣ ਗਏ ਹੋਣੇ ਤੁਹਾਡੇ ਜੀ? ਬਹੁਤ ਅੱਛੇ ਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਇੱਕ ਬੰਦੇ ਨਾਲ ਇੰਨਾ ਪਿਆਰ ਬਣਿਆ ਨਾ ਕਿ ਲੋਕੀ ਆਪ ਤੇ ਖਾ ਕੇ ਜਾਂਦੇ ਨੇ, ਫਿਰ ਆਪਣੇ ਰਿਲੇਟਿਵਸ ਨੂੰ ਲੈ ਕੇ ਆਉਂਦੇ ਨੇ। ਕਿ ਕੁਝ ਮੇਰੇ ਕੋਲ ਕਸਟਮਰ ਇੱਦਾਂ ਦੇ ਆਉਂਦੇ ਨੇ, ਉਹ ਕਹਿੰਦੇ ਜੀ ਦੀਦੀ ਅਸੀਂ ਕਸਟਮਰ ਲੈ ਕੇ ਆਏ ਨੇ ਕਿ ਤੁਹਾਡਾ ਜਿਹੜਾ ਪਿਆਰ ਸਾਡੇ ਨਾਲ ਇੰਨਾ ਹੈਗਾ ਹੈ, ਤੁਹਾਡੀ ਚੀਜ਼ ਇੰਨੀ ਸਵਾਦ ਹੈਗੀ ਹੈ, ਤੇ ਸਾਨੂੰ ਦਿੱਲੀ ਤੋਂ ਸਾਡੇ ਗੈਸਟ ਆਏ ਨੇ ਜੀ, ਅਸੀਂ ਉਹਨਾਂ ਨੂੰ ਇੱਥੋਂ ਛਕਾਉਣਾ ਚਾਹੁੰਦੇ ਹਾਂ। ਪਿੱਛੇ ਮੇਰੇ ਕੋਲ ਛੋਟੇ ਛੋਟੇ ਬੱਚੇ ਆਏ ਸੀ, ਉਹ ਕਿਸੇ ਫੈਮਿਲੀ ਦੇ ਵਿੱਚ ਆਏ ਸੀਗੇ ਦਿੱਲੀ ਤੋਂ, ਤੇ ਉਹ ਬੱਚਿਆਂ ਨੇ ਜਦੋਂ ਟੇਸਟ ਕੀਤਾ ਉਹਨਾਂ ਨੂੰ ਇੰਨਾ ਜ਼ਿਆਦਾ ਸਵਾਦ ਲੱਗਿਆ, ਉਹਨਾਂ ਨੇ ਕਿਹਾ ਕਿ ਅਸੀਂ ਜੀ ਉਹਨਾਂ ਦੀਦੀ ਕੋਲ ਹੀ ਦੁਬਾਰਾ ਜਾ ਕੇ ਖਾਣਾ ਹੈ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨਾ ਪਿਆਰ ਰਿਹਾ ਕਿ ਬੱਚੇ ਸਾਡੇ ਕੋਲ ਦੁਬਾਰਾ ਆਏ ਛਕਣ ਵਾਸਤੇ। ਜਦੋਂ ਤੁਸੀਂ ਯੂਪੀ ਤੋਂ ਤੁਹਾਡੀ ਇੱਥੇ ਮੈਰਿਜ ਹੋਈ ਹੈ, ਕਦੀ ਸੋਚਿਆ ਸੀ ਕਿ ਤੁਸੀਂ ਇਹ ਆਪਣਾ ਇਦਾਂ ਦਾ ਕਾਰੋਬਾਰ ਇੱਕ ਸਥਾਪਿਤ ਕਰੋਗੇ? ਨਹੀਂ ਵੀਰ ਜੀ, ਮੈਂ ਕੁਝ ਵੀ ਨਹੀਂ ਸੋਚਿਆ ਸੀ। ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਇਹ ਸੋਚਿਆ ਸੀ ਕਿ ਚਲੋ ਕਿਧਰੇ ਨਾ ਕਿਧਰੇ ਚੰਗੀ ਜੌਬ ਲੱਗੇਗੀ, ਆਪਾਂ ਅੱਗੇ ਤੱਕ ਪਹੁੰਚਾਂਗੇ। ਪਰ ਲੇਕਿਨ ਚਲੋ ਕੋਈ ਗੱਲ ਨਹੀਂ, ਆਪਾਂ ਪਰ ਹਿੰਮਤ ਨਹੀਂ ਹਾਰੀ, ਅੱਗੇ ਵਧੇ ਹਾਂ, ਪਿੱਛੇ ਨਹੀਂ ਮੁੜ ਕੇ ਵੇਖਣਾ। ਹੁਣ ਜੋ ਮਰਜ਼ੀ ਦੁਨੀਆ ਕਹਿੰਦੀ ਰਹੇ, ਜਿੱਦਾਂ ਮਰਜ਼ੀ ਕਹਿੰਦੇ ਰਹੇ, ਆਪਾਂ ਅੱਗੇ ਹੀ ਵਧਾਂਗੇ। ਕਹਿੰਦੇ ਆ, ਕਹਿਣ ਵਾਲੇ ਕਹਿੰਦੇ ਵੀ ਆ। ਬਹੁਤ ਕੁਝ ਵੀਰ ਜੀ, ਮੇਰੇ ਹਸਬੈਂਡ ਨੂੰ ਬਹੁਤ ਕੁਝ ਲੋਕਾਂ ਨੇ ਕਿਹਾ, ਮੇਰੇ ਫਾਦਰ ਇਨ ਲਾਅ, ਮਦਰ ਇਨ ਲਾਅ ਨੂੰ ਵੀ ਬਹੁਤ ਕੁਝ ਲੋਕਾਂ ਨੇ ਕਿਹਾ, ਸਾਰੇ ਇਹਨਾਂ ਨੂੰ, ਪੂਰੀ ਫੈਮਿਲੀ ਨੂੰ ਮੇਰੇ ਕਹਿੰਦੇ ਸੀ ਤੁਸੀਂ ਕੀ ਆਪਣੀ ਨੂੰਹ ਦੇ ਪਿੱਛੇ ਲੱਗੇ ਹੋ, ਕਿ ਉਹਦੇ ਗੁਲਾਮ ਬਣੇ ਹੋਏ ਹੋ, ਉਹ ਜਿੱਦਾਂ ਕਹਿੰਦੀ ਤੁਸੀਂ ਉੱਦਾਂ ਕਰੀ ਜਾਂਦੇ ਹੋ, ਕਿਉਂ ਇਸ ਤਰ੍ਹਾਂ ਕਰਦੇ ਹੋ? ਪਰ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਫੈਮਿਲੀ ਨਾਲ ਇੰਨਾ ਪਿਆਰ ਸੀਗਾ, ਫੈਮਿਲੀ ਵਾਲੇ ਕਹਿੰਦੇ ਨਹੀਂ ਉਹ ਸਾਡੀ ਗੁਲਾਮ ਬਣੀ ਹੈ ਤੇ ਅਸੀਂ ਵੀ ਉਹਦੇ ਗੁਲਾਮ ਬਣਾਂਗੇ। ਤੁਹਾਨੂੰ ਫੈਮਿਲੀ ਸਪੋਰਟ ਪੂਰੀ ਮਿਲੀ? ਪੂਰੀ ਸਪੋਰਟ ਮਿਲੀ ਹੈ। ਮੇਰੇ ਪੇਕੇ, ਮੇਰੇ ਮਦਰ ਫਾਦਰ, ਮੇਰੇ 2 ਬ੍ਰਦਰ ਹੈਗੇ ਨੇ, ਉਹਨਾਂ ਦਾ ਵੀ ਪੂਰਾ ਪਿਆਰ ਹੈਗਾ। ਮੇਰੇ ਆਪਣੇ ਵੱਡੇ ਭਰਜਾਈ ਜੀ ਮੇਰੇ ਡਾਕਟਰ ਅਨੁਰਾਧਾ ਕੌਰ ਹੈਗੇ ਨੇ, ਉਹ ਅਪੋਲੋ ਹਸਪੀਟਲ 'ਚ ਡਾਕਟਰ ਨੇ ਜੀ। ਹਾਂਜੀ, ਤੇ ਮੇਰੀ ਭਾਬੀ ਦਾ ਬਹੁਤ ਸਪੋਰਟ ਰਹਿੰਦਾ ਹੈ, ਕਹਿੰਦੇ ਕੋਈ ਗੱਲ ਨਹੀਂ, ਕੋਈ ਕੰਮ ਵੱਡਾ ਛੋਟਾ ਨਹੀਂ ਹੈਗਾ, ਜੋ ਤੁਸੀਂ ਕਰ ਰਹੇ ਹੋ ਬਹੁਤ ਚੰਗਾ ਕਰ ਰਹੇ ਹੋ, ਅਸੀਂ ਹਰ ਟਾਈਮ ਹਰ ਸਮੇਂ ਤੁਹਾਡੇ ਨਾਲ ਖਲੋਤੇ ਹਾਂ। ਜਿਹੜਾ ਤੁਹਾਨੂੰ ਇਦਾਂ ਕਮੈਂਟ ਬਾਜੀ ਜਾਂ ਵਿਰੋਧ ਝੱਲਣਾ ਪਿਆ ਲੋਕਾਂ ਦਾ, ਕੁਝ ਰਿਸ਼ਤੇਦਾਰਾਂ ਦਾ, ਕਦੀ ਮਨ ਟੁੱਟਾ ਨਹੀਂ, ਦਿਲ ਟੁੱਟਾ ਨਹੀਂ ਕਦੀ? ਬਿਲਕੁਲ ਨਹੀਂ ਜੀ, ਮੇਰਾ ਤੇ ਮੇਰੇ ਹਸਬੈਂਡ ਦਾ ਇੱਕ ਦੂਸਰੇ ਨਾਲ ਸਪੋਰਟ ਰਿਹਾ। ਮੇਰੇ ਹਸਬੈਂਡ ਨੇ ਕਿਹਾ ਜੋ ਬੋਲਦਾ ਕੋਈ ਗੱਲ ਨਹੀਂ, ਲਾਈਫ ਅਸੀਂ ਦੋਨਾਂ ਨੇ ਕੱਟਣੀ ਹੈ, ਆਪਣੇ ਨਾਲ, ਆਪਣੀ ਫੈਮਿਲੀ ਨਾਲ ਕੱਟਣੀ ਹੈ। ਸਾਡੀ ਫੈਮਿਲੀ ਸਾਡੇ ਨਾਲ ਖੁਸ਼ ਹੈਗੀ, ਅਸੀਂ ਦੋਵੇਂ ਆਪਸ 'ਚ ਖੁਸ਼ ਹੈਗੇ, ਬਾਕੀ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਤੁਸੀਂ ਭਾਜੀ ਵਾਲੀ ਡਿਊਟੀ ਸੰਭਾਲੋ, ਕਿਉਂਕਿ ਆਪਾਂ ਉਹਨਾਂ ਨਾਲ ਗੱਲ ਕਰਨੀ ਆ, ਠੀਕ ਹੈ ਜੀ। ਸੋ ਆਪਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਭੈਣ ਜੀ ਦੇ ਨਾਲ ਗੱਲ ਕੀਤੀ, ਬੜੀ ਚੜ੍ਹਦੀ ਕਲਾ ਵਾਲੇ ਵਿਚਾਰ ਨੇ ਉਹਨਾਂ ਦੇ, ਇਹਨਾਂ ਦੇ ਹਸਬੈਂਡ, ਉਹਨਾਂ ਦੇ ਨਾਲ ਗੱਲ ਕਰਾਂਗੇ ਆਪਣੇ ਬਾਰੇ, ਨਾਮ ਆਪਣਾ ਇਹ ਖੁਦ ਦੱਸਣਗੇ। ਆਪਾਂ ਕਰ ਸਕਦੇ ਹਾਂ ਗੱਲ ਜੀ? 1 ਮਿੰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਨੂੰ ਇੱਕ ਸਵਾਲ ਕੀਤਾ ਸੀ ਕਿ ਇਹ ਫੈਸਲਾ ਕਿਸ ਦਾ ਸੀ, ਇਹ ਜਿਹੜਾ ਫਾਸਟ ਫੂਡ ਦਾ ਇੱਕ ਸਟਾਲ ਖੋਲ੍ਹਣ ਦਾ? ਭੈਣ ਜੀ ਕਹਿੰਦੇ ਜਵਾਬ ਮੇਰੇ ਹਸਬੈਂਡ ਦੇਣਗੇ, ਆਪਾਂ ਸ਼ੁਰੂਆਤ ਉੱਥੋਂ ਕਰਦੇ ਹਾਂ। ਇਹ ਕਿਹਦਾ ਫੈਸਲਾ ਜੀ ਸ਼ੁਰੂਆਤ ਕਰਨ ਦਾ? ਵੀ ਜੇ ਇੱਕ ਫੈਸਲਾ ਸਾਡੇ ਦੋਵਾਂ ਦਾ ਹੀ ਸੀ ਵੀ ਜੇ ਅਸੀਂ ਮਤਲਬ ਆਪਣੇ ਵੱਲ ਜੇ ਅਸੀਂ ਲਾਈਏ ਵੀ ਸਾਡੇ ਜਿਹੜੇ ਬਜ਼ੁਰਗ ਜਿਹੜੇ ਸੀ ਨਾ ਪੁਰਾਣੇ, ਕਾਫੀ ਟਾਈਮ ਦੇ ਪਿੱਛੋਂ ਜਿਹੜਾ ਪਿਛੋਕੜਾ ਸੀ ਨਾ ਇਹਨਾਂ ਦਾ, ਉਹਨਾਂ ਹਲਵਾਈਆਂ ਦਾ ਪਿਛੋਕੜਾ ਸੀ, ਤੇ ਫਾਦਰ ਸਾਹਿਬ ਸਾਡੇ ਉਹਨਾਂ ਨੇ ਕਿ ਹਲਵਾਈਆਂ ਦਾ ਕੰਮ ਛੱਡ ਕੇ ਕਰਿਆਨੇ ਦਾ ਕੰਮ ਕੀਤਾ ਉਹਨਾਂ ਨੇ ਬਾਅਦ ਵਿੱਚ। ਤੇ ਜਦੋਂ ਅਸੀਂ ਮਤਲਬ ਥੋੜ੍ਹੇ ਵੱਡੇ ਹੋਏ ਸੀ, ਵੱਡੇ ਹੋਣ ਤੋਂ ਬਾਅਦ ਇਹਨਾਂ ਨੇ ਮਿਸਿਸ ਨੇ ਕਿਹਾ ਵੀ, ਉਹ ਵੀ ਮੇਰੇ ਖਾਣ ਪੀਣ ਦੇ ਬਹੁਤ ਸ਼ੌਕੀਨ ਹੈਗੇ ਕਿ ਵੀ ਅਸੀਂ ਖਾਣਾ ਪੀਣਾ ਵੀ ਆਪਣਾ, ਸਾਡਾ ਚਲੋ ਫਾਸਟ ਫੂਡ ਵੀ ਸਾਡਾ ਬਹੁਤ ਪਸੰਦ, ਆਪਾਂ ਨੂੰ ਬੱਚਿਆਂ ਨੂੰ ਪਸੰਦ ਹੈ ਸਾਡੇ, ਤੇ ਫਿਰ ਇਸ ਕਰਕੇ ਵੀ ਇਹ ਵੀ ਸੋਚਿਆ ਵੀ ਨਹੀਂ ਅਸੀਂ ਵੀ ਫਾਸਟ ਫੂਡ ਦਾ ਕੰਮ ਕਰਾਂਗੇ ਤੇ ਰਲ ਮਿਲ ਕੇ ਕਰਾਂਗੇ ਅਸੀਂ। ਜਦੋਂ ਕੋਈ ਵੀ ਬੰਦਾ ਕੰਮ ਸ਼ੁਰੂ ਕਰਦਾ ਵਾ, ਇੱਕਦਮ ਉਹ ਹੁੰਗਾਰਾ ਨਹੀਂ ਮਿਲਦਾ ਜਿਹੜਾ ਤੁਹਾਨੂੰ ਅੱਜ ਮਿਲਿਆ ਹੈ। ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਕਿਵੇਂ ਕਸਟਮਰ ਕਾਫੀ ਆਉਂਦੇ ਸੀ? ਵੀ ਜੀ ਜਦੋਂ ਅਸੀਂ ਕੰਮ ਸ਼ੁਰੂ ਕੀਤਾ, ਇੱਕ ਛੋਟਾ ਜਿਹਾ ਟੇਬਲ ਲਾਇਆ ਸੀ ਅਸੀਂ, ਤੇ ਜਦੋਂ ਫਸਟ ਟਾਈਮ ਜਦੋਂ ਕੰਮ ਕੀਤਾ ਸੀ ਸਿਰਫ 500 ਰੁਪਏ ਦੇ ਕੰਮ ਸ਼ੁਰੂ ਕੀਤਾ, ਜਦੋਂ ਕੀਤਾ ਸੀ ਅਸੀਂ। ਤੇ ਭਾਂਡੇ ਦੇ ਚਲੋ ਗੁਰੂ ਸਾਹਿਬ ਜੀ ਘਰੋਂ ਵੀ ਸਾਨੂੰ ਮਦਦ ਨੇ ਸਾਨੂੰ ਦੇ ਵੀ ਤੁਸੀਂ ਕੰਮ ਸ਼ੁਰੂ ਕਰੋ, ਕੋਈ ਨਹੀਂ ਹੌਲੀ ਹੌਲੀ ਰਿਸਪੌਂਸ ਮਿਲੇਗਾ।
ਉਸ ਤੋਂ ਬਾਅਦ ਹੌਲੀ ਹੌਲੀ ਕੰਮ ਸ਼ੁਰੂ ਹੋਇਆ, ਰਿਸਪੌਂਸ ਵਧੀਆ ਮਿਲਿਆ, ਸਾਡੇ ਕੋਲ ਬੱਚੇ ਆਉਂਦੇ ਰਹੇ, ਬੱਚਿਆਂ ਨੇ ਬਹੁਤ ਲਾਈਕ ਕੀਤਾ। ਜਿਹੜੇ ਵੱਡੇ ਸਾਡੇ ਕੋਲ ਕਾਫੀ ਕਸਟਮਰ ਆਉਂਦੇ ਰਹੇ, ਕੋਈ ਜਲੰਧਰੋਂ ਆਉਂਦਾ ਵੀਰ, ਕੋਈ ਸਾਡੇ ਸਿੰਘ ਵੀ ਆਉਂਦੇ ਸਾਡੇ ਕੋਲ, ਸਿੰਘ ਫੈਮਲੀਆਂ ਵੀ ਸਾਡੇ ਕੋਲ ਆਉਂਦੀਆਂ, ਤੇ ਉਹਨਾਂ ਨੇ ਸਾਨੂੰ ਬਹੁਤ ਰਿਸਪੌਂਸ ਦਿੱਤਾ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਰੋ, ਕੋਈ ਗੱਲ ਨਹੀਂ, ਸਾਨੂੰ ਵੱਧ ਚੜ੍ਹ ਕੇ ਹੋਰ ਸਪੋਰਟ ਕਰਾਂਗੇ। ਹਾਂਜੀ। ਤੇ ਮੈਨੂੰ ਪਤਾ ਲੱਗਾ ਕਿ ਤੁਸੀਂ ਪਹਿਲਾਂ ਬਾਹਰ ਅਬਰੋਡ ਵੀ ਵਿਦੇਸ਼ ਵੀ ਜਾ ਕੇ ਆਏ ਹੋ। ਹਾਂਜੀ ਹਾਂਜੀ। ਉਹ ਕਿਸ ਚੱਕਰ ਵੀਰ ਜੀ ਮੈਂ ਪਹਿਲਾਂ ਫਸਟ ਟਾਈਮ ਜਦੋਂ ਅਸੀਂ 2009 ਦੇ ਵਿੱਚ ਅਸੀਂ ਪਹਿਲਾਂ ਇੰਡੀਆ ਗੋਟ ਟੈਲੈਂਟ ਗਏ ਸਾਂ। ਉਸਤਾਦ ਜੀ ਸਾਡੇ ਕਵਲਜੀਤ ਸਿੰਘ ਪ੍ਰਿੰਸ ਹੈਗੇ, ਸਾਡੇ ਬੀਰ ਖਾਲਸਾ ਗਰੁੱਪ ਦੇ ਨਾਲ ਗਿਆ ਸਾਂ ਮੈਂ। ਉਸ ਤੋਂ ਬਾਅਦ ਇੰਡੀਆ ਗੋਟ ਟੈਲੈਂਟ ਤੋਂ ਆਉਣ ਤੋਂ ਬਾਅਦ ਅਸੀਂ ਸਿੰਗਾਪੁਰ, ਮਲੇਸ਼ੀਆ, ਉਸ ਤੋਂ ਬਾਅਦ ਸਿੰਗਾਪੁਰ, ਮਲੇਸ਼ੀਆ, ਜਾਪਾਨ, ਚੈਕ ਰਿਪਬਲਿਕ, ਤੇ ਉਸ ਤੋਂ ਬਾਅਦ ਮੈਂ 2017 ਦੇ ਵਿੱਚ ਸਾਈਪ੍ਰਸ ਗਿਆ ਸਾਂ ਵੀਰ ਜੀ। ਮੈਂ ਸਟੱਡੀ ਬੇਸ ਤੇ ਗਿਆ, ਇਹ ਵਰਕ ਪਰਮਿਟ ਤੇ ਗਏ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਸਾਡਾ ਹੀ ਮਤਲਬ ਮੈਂ ਕਾਫੀ ਕੰਮ ਤੇ ਮੈਨੂੰ ਮਿਲਿਆ ਨਹੀਂ, ਮੈਂ ਬਹੁਤ ਕੋਸ਼ਿਸ਼ ਕੀਤੀ ਉਹਦੀ ਕੰਮ ਕਰਨ ਦੀ, ਪਰ ਮੈਨੂੰ ਕੰਮ ਮਿਲਿਆ ਨਹੀਂ ਉੱਥੇ। ਤੇ ਜੇ ਇਹ ਵਰਕ ਪਰਮਿਟ ਤੇ ਆਇਆ ਸੀ ਤੇ ਇਹਨਾਂ ਨੂੰ ਵੀ ਮਤਲਬ ਇਹਨਾਂ ਨੂੰ ਪਾਣੀ ਸੂਟ ਨਹੀਂ ਕੀਤਾ, ਮੈਨੂੰ ਵੀ ਪਾਣੀ ਸੂਟ ਨਹੀਂ ਕੀਤਾ ਬਾਅਦ ਵਿੱਚ। ਫਿਰ ਡਿਸੀਜਨ ਲਿਆ ਵੀ ਸੀ ਵੀ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਫਿਰ ਕੰਮ ਜ਼ਿਆਦਾ ਹੀ। ਨਾਲੇ ਉੱਥੇ ਭਾਜੀ ਸਾਈਪ੍ਰਸ ਦੇ ਵਿੱਚ ਕਾਫੀ ਨਾ ਕੇਸ ਕਸਰ ਆਪਣੇ ਸਿੰਘ ਜਿਹੜੇ ਹੁੰਦੇ ਨਾ, ਜਿਹੜੇ ਸਿੰਘ ਸੱਜਦੇ ਉੱਥੇ, ਉਹ ਕੇਸ ਕਸਰ ਕਰਾ ਦਿੰਦੇ। ਪਰ ਇਸ ਚੀਜ਼ ਦੇ ਵਿੱਚ ਅਸੀਂ ਵੀ ਨਹੀਂ ਹੰਗਾਰਾ ਭਰਦੇ ਵੀ ਅਸੀਂ ਆਪਣੇ ਕੇਸ ਕਸਰ ਕਰਾ ਦਈਏ ਜਾਂ ਕੁਛ। ਸਾਨੂੰ ਇਸ ਚੀਜ਼ ਨਾਲ ਸਾਨੂੰ ਇਹਨਾਂ ਨੂੰ ਕਿ ਬੈਟਰ ਹੀ ਸਮਝਿਆ ਵੀ ਅਸੀਂ ਵਾਪਸ ਚਲੀ ਜਾਈਏ, ਇਹ ਕੰਮ ਨਹੀਂ ਸੀ ਕਰ ਸਕਦੇ। ਫਿਰ ਵਾਪਸ ਆਏ ਸੀ 2 ਸਾਲ, ਫਿਰ ਅਸੀਂ ਮੈਂ ਮਤਲਬ ਆ ਕੇ, ਮੇਰੇ ਕੋਲ ਛੋਟਾ ਸੀ ਹੁੰਦਾ ਸੀ, ਮੈਂ ਆਪਣਾ ਸਪਲਾਈ ਦਾ ਕੰਮ ਕਰਦਾ ਹੁੰਦਾ ਸੀ ਪਿੰਡਾਂ 'ਚ ਜਾ ਕੇ। ਉਸ ਤੋਂ ਬਾਅਦ ਵੀ ਜੀ ਹੋਰ ਮਤਲਬ ਫਿਰ ਥੋੜ੍ਹਾ ਵੀ ਕੰਮ ਡਾਊਨ ਹੋ ਗਿਆ ਸਾਡਾ। ਉਸ ਤੋਂ ਬਾਅਦ ਫਿਰ ਮੈਂ ਫਾਦਰ ਦੇ ਨਾਲ ਆਇਆ। ਫਾਦਰ ਦੇ ਨਾਲ ਆਉਣ ਤੋਂ ਬਾਅਦ 2000 ਮਤਲਬ ਪਿਛਲੇ ਲੋਕਡਾਊਨ ਦੇ ਵਿੱਚ ਫਿਰ ਡਿਸਾਈਡ ਕੀਤਾ ਵੀ ਅਸੀਂ ਖਾਣ ਪੀਣ ਦਾ ਕੰਮ ਕਰੀਏ, ਵੀ ਚਲੋ ਸਾਨੂੰ ਦੇਖੋ ਕੀ ਰਿਸਪੌਂਸ ਮਿਲਦਾ। ਵੀ ਰਿਸਪੌਂਸ ਤਾਂ ਹੌਲੀ ਹੌਲੀ ਮਿਲਣਾ ਸੀ। ਜੇ ਇੱਕ ਟੇਸਟ ਹੁੰਦਾ ਜੀ, ਸਾਨੂੰ ਕਈਆਂ ਲੋਕਾਂ ਨੇ ਕਿਹਾ ਵੀ ਤੁਹਾਡਾ ਟੇਸਟ ਨਹੀਂ ਸਹੀ, ਫਿਰ ਹੌਲੀ ਸਾਡਾ ਟੇਸਟ ਮਤਲਬ ਅਸੀਂ ਵਧੀਆ ਕੀਤਾ ਆਪਣੇ ਨੂੰ। ਫਿਰ ਸਾਡੇ ਕੋਲ ਕਸਟਮਰ ਆਉਣੇ ਸ਼ੁਰੂ ਹੋਏ, ਫਿਰ ਸਾਡੇ ਕੋਲ ਸਿੰਘ ਵੀ ਕਾਫੀ ਆਉਣੇ ਸ਼ੁਰੂ ਹੋ ਗਏ ਸਾਡੇ ਕੋਲ, ਤੇ ਇਸ ਕਰਕੇ ਸਾਡੀ ਮਤਲਬ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਕੰਮ ਚੱਲਣਾ ਸ਼ੁਰੂ ਹੋ ਗਿਆ। ਜਦੋਂ ਤੁਹਾਨੂੰ ਇੱਕ ਵਾਰੀ ਕਿਸੇ ਨੇ ਕਿਹਾ ਕਿ ਟੇਸਟ ਨਹੀਂ ਤੁਹਾਡਾ ਸਹੀ, ਕਦੀ ਦਿਲ ਵੀ ਟੁੱਟਾ ਕਿ ਯਾਰ ਛੱਡੋ ਪਰਾਂ, ਕਿਹੜੇ ਕੰਮ 'ਚ ਪੈ ਗਏ? ਨਹੀਂ, ਇਹ ਨਹੀਂ ਵੀ ਜੀ, ਵੇਖੋ ਹਿੰਮਤ ਅੱਜ ਨੂੰ ਹਰਾਵਾਂਗੇ, ਪਰ ਜੇ ਅੱਜ ਨਹੀਂ ਹਿੰਮਤ ਹਾਰ ਕੇ ਫਿਰ ਅਸੀਂ ਕਦੀ ਕਾਮਯਾਬ ਨਹੀਂ ਹੋ ਸਕਦੇ। ਪਰ ਜੇ ਅਸੀਂ ਦਿਲ ਨਹੀਂ ਤੋੜਨਾ, ਆਪਣੀ ਹਿੰਮਤ ਰੱਖੋ, ਕੁਛ ਨਹੀਂ ਹੁੰਦਾ। ਟੇਸਟ ਦੇ ਵਿੱਚ ਹੌਲੀ ਹੌਲੀ ਸੈੱਟ ਹੁੰਦਾ। ਜੇ ਇੱਕ ਵਾਰੀ ਨੂੰ ਟੇਸਟ ਕਰਾਵਾਂਗੇ, ਦੂਜੀ ਵਾਰੀ ਫਿਰ ਟੇਸਟ ਕਰਾਵਾਂਗੇ, ਫਿਰ ਤੀਜੀ ਵਾਰੀ ਆਟੋਮੈਟਿਕਲੀ ਟੇਸਟ ਵੱਧ ਜਾਂਦਾ ਬੰਦੇ ਦਾ। ਫਿਰ ਬੱਚੇ ਵੀ ਆਉਂਦੇ ਸਾਡੇ ਕੋਲ, ਬੱਚੇ ਆ ਕੇ ਵੀ ਖੁਸ਼ ਹੋ ਕੇ ਜਾਂਦੇ, ਫਿਰ ਉਹ ਕਹਿੰਦੇ ਵੀ ਠੀਕ ਆ ਅੰਕਲ, ਹੁਣ ਤੁਹਾਡਾ ਟੇਸਟ ਬਹੁਤ ਵਧੀਆ ਸਾਡਾ। ਹਾਂਜੀ। ਗੱਲ ਤੁਸੀਂ ਕੀਤੀ ਹੈ ਹਿੰਮਤ ਦੀ, ਕਿ ਹਿੰਮਤ ਜ਼ਿੰਦਗੀ 'ਚ ਨਹੀਂ ਹਾਰਨੀ ਚਾਹੀਦੀ। ਕੀ ਕਹਿਣਾ ਚਾਹੁੰਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਜ਼ਿੰਦਗੀ ਦੇ ਵਿੱਚ ਛੋਟੇ ਮੁਕਾਮ ਤੇ ਆ ਕੇ ਕਿਸੇ ਵੇਲੇ ਹੌਸਲਾ ਛੱਡ ਜਾਂਦੇ ਨੇ? ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਵੀ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਪੰਜਾਬ 'ਚ ਨਸ਼ਾ ਬਹੁਤ ਵੱਧ ਰਿਹਾ, ਤੇ ਨਸ਼ਾ ਬਹੁਤ ਵੱਧ ਰਿਹਾ। ਅਸੀਂ ਇਹੀ ਕਹਿੰਦੇ ਵੀ ਨੌਜਵਾਨਾਂ ਨੂੰ ਵੀ ਤੁਸੀਂ ਕੰਮ ਨਾ ਛੱਡੋ, ਹੌਲੀ ਸਟੈਂਡ ਹੁੰਦਾ ਬੰਦਾ। ਜੇ ਹੌਲੀ ਸ਼ੁਰੂ ਕੰਮ ਕਰੂਗਾ, ਸਟੈਪ ਬਾਏ ਸਟੈਪ ਕੰਮ ਸ਼ੁਰੂ ਕਰੂਗਾ, ਤੇ ਫਿਰ ਬੰਦਾ ਮਤਲਬ ਆਪਣੀ ਹਿੰਮਤ ਕਾਮਯਾਬ ਕਰ ਸਕਦਾ ਆਪਣੀ। ਹਾਂਜੀ, ਬਹੁਤ ਧੰਨਵਾਦ। ਆਪਾਂ ਹੁਣ ਤੁਹਾਡੇ ਪਿਤਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ। ਆਪਾਂ ਕਰ ਸਕਦੇ ਨਾਲ ਤੁਸੀਂ ਇਹ ਕੰਮ ਕਰੀ ਜਾਓ ਜੀ, ਨਾਲ ਆਪਾਂ ਗੱਲਬਾਤ ਕਰੀ ਜਾਂਦੇ। ਅੰਕਲ ਜੀ, ਜਦੋਂ ਬੱਚਿਆਂ ਨੇ ਸ਼ੁਰੂ ਕੀਤਾ ਇਹ ਕੰਮ, ਤੇ ਤੁਸੀਂ ਉਦੋਂ ਜਿੱਦਾਂ ਹੋਣੇ ਤੁਸੀਂ ਪੂਰੇ ਤਲ ਰਹੇ ਹੋਏ, ਉਦੋਂ ਕੰਮ ਕਰਦੇ ਸੀ ਜੀ? ਉਦੋਂ ਪਹਿਲਾਂ ਵੀ? ਹਾਂ ਜੀ, ਮੈਂ ਕਰਦਾ ਹਾਂ ਕੰਮ ਹੁਣ ਵੀ। ਅੱਛਾ, ਪਹਿਲਾਂ ਤੁਸੀਂ ਕੰਮ ਜਾਣਦੇ ਸੀ? ਮੈਂ ਬਚਪਨ ਤੋਂ ਹੀ ਮੈਂ ਕਮਲ ਵਿੱਚ ਕਰਦਾ ਰਿਹਾ ਜੀ। ਅੱਛਾ। ਮੇਰੇ ਦਾਦਾ ਜੀ ਅੱਛਾ ਜੀ। ਮੇਰੇ ਪਾਪਾ ਜੀ ਹਲਵਾਈ ਰਹੇ ਆ। ਅੱਛਾ ਜੀ। ਤੇ ਮੈਂ ਫਿਰ ਬਚਪਨ ਤੋਂ ਹੀ ਜਾਣਦਾ ਕੰਮ। ਠੀਕ ਹੈ। ਫਿਰ ਮੈਂ ਕਿਰਾਣੇ 'ਚ ਆ ਗਿਆ, ਮੈਂ ਕਿਰਾਣਾ ਕਰਦਾ ਰਿਹਾ 30 ਸਾਲ ਮੈਂ ਕਿਰਾਣਾ ਕੀਤਾ। ਅੱਛਾ। ਤੇ ਫਿਰ ਤੁਸੀਂ ਜਦੋਂ ਇਹ ਬੱਚਿਆਂ ਨੇ ਸ਼ੁਰੂਆਤ ਕੀਤੀ ਆ ਇਸ ਕੰਮ ਦੀ, ਇਹ ਘਰ ਦੇ ਵਿੱਚ ਸਲਾਹ ਜਦੋਂ ਹੋਈ ਹੈ, ਤੁਸੀਂ ਇੱਕਦਮ ਹਾਂ ਕਰਤੀ ਵੀ ਕਰ ਲੈਣਾ ਚਾਹੀਦਾ ਕੰਮ? ਹਾਂ, ਮੈਂ ਕਰੂੰਗਾ ਕੰਮ, ਕੋਈ ਗੱਲ ਨਹੀਂ। ਜਦੋਂ ਆ ਗਏ ਹਸਪਤਾਲ ਆ ਗਏ ਆ, ਇਹ ਮਯੂਸ ਹੋ ਗਏ, ਮੈਂ ਵੀ ਪਤਾ ਕੰਮ ਕਰ, ਕੋਈ ਗੱਲ ਨਹੀਂ। ਅੱਛਾ। ਆਪਾਂ ਸਾਰੀ ਉਮਰ ਕੰਮ ਕੀਤਾ, ਫਿਰ ਕੀ ਕੰਮ ਕਰਾਂਗੇ ਤਾਂ ਆਪਾਂ? ਮਾਯੂਸ ਕਿਵੇਂ ਹੋਏ? ਇੱਥੇ ਥੋੜਾ ਜਿਹਾ। ਉੱਥੋਂ ਆਏ ਨਾ ਸਾਈਪ੍ਰਸ ਤੋਂ। ਅੱਛਾ। ਇਹ ਕਹਿੰਦੇ ਹੁਣ ਆਪਾਂ ਹੁਣ ਕੀ ਕਰੀਏ, ਅਸੀਂ ਇੰਨੇ ਪੈਸੇ ਖਰਚ ਕਰ ਰਹੇ ਹਾਂ ਜੀ, ਤੇ ਕੀ ਕਰੀਏ? ਮੈਂ ਕਰਨ ਦੀ ਕੋਈ ਲੋੜ ਨਹੀਂ, ਕਰਾਉਣ ਦੀ ਲੋੜ ਕੋਈ ਨਹੀਂ। ਮੈਂ ਸਰ ਤੁਹਾਡੇ ਨਾਲ ਆ, ਤੁਸੀਂ ਕੰਮ ਕਰੋ ਆਪਣਾ, ਤੇ ਵਾਹਿਗੁਰੂ ਚੜ੍ਹਦੀ ਕਲਾ ਕਰੇਗਾ। ਅੱਜ ਮਾਣ ਕਰਦੇ ਹੋ ਆਪਣੇ ਬੱਚਿਆਂ ਦਾ? ਬਿਲਕੁਲ ਜੀ, ਬਹੁਤ ਮਾਣ ਮੈਨੂੰ ਅੱਜ ਬੱਚੇ ਦੇ। ਠੀਕ ਹੈ ਜੀ। ਇੱਕ ਥੋੜੀ ਜਿਹੀ ਗੱਲ ਰਹਿ ਗਈ ਭੈਣ ਜੀ ਨਾਲ, ਆਪਾਂ ਲਾਸਟ ਕਰਦੇ ਹਾਂ। ਭੈਣ ਜੀ, ਇੱਕ ਗੱਲ ਰਹਿ ਗਈ ਥੋੜੀ ਜਿਹੀ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿ ਇਹ ਕਾਰੋਬਾਰ ਨੂੰ ਕਿੱਥੇ ਲੈ ਕੇ ਜਾਣਾ? ਗੁਰੂ ਸਾਹਿਬ ਸਾਨੂੰ ਚਾਹਣਗੇ ਤੇ ਆਪਾਂ ਬਹੁਤ ਚੜ੍ਹਦੀ ਕਲਾ 'ਚ ਕਾਰੋਬਾਰ ਲੈ ਕੇ ਜਾਵਾਂਗੇ। ਆਲ ਵਰਲਡ 'ਚ ਮੈਂ ਜੋ ਮੇਰਾ ਸੁਪਨਾ ਹੈਗਾ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਆਪਾਂ ਸੱਚੇ ਪਾਤਸ਼ਾਹ ਮਿਹਰ ਕਰਨਗੇ ਤੇ ਆਲ ਵਰਲਡ ਦੇ ਵਿੱਚ ਮੈਂ ਆਪਣਾ ਨਾਂ ਰੋਸ਼ਨ ਕਰਨਾ ਚਾਹੁੰਦੀ ਹਾਂ ਕਿ ਗੁਰੂ ਸਾਹਿਬ ਕਰਨ ਕਿ ਮੈਨੂੰ ਮੇਰੇ ਕਿਸੇ ਮੰਮੀ ਪਾਪਾ ਦੇ ਨਾਂ ਤੋਂ ਜਾਂ ਮੇਰੇ ਹਸਬੈਂਡ ਦੇ ਨਾਂ ਤੋਂ ਨਾ ਪਛਾਣਨ। ਇੱਕ ਵੱਖਰਾ ਮੇਰਾ ਨਾਂ ਹੋ ਕਿ ਲੋਕੀ ਦੂਰੋਂ ਵੇਖ ਕੇ ਕਹਿਣ ਕਿ ਹਾਂ ਉਹੀ ਬੱਚੀ ਆ ਰਹੀ ਹੈ, ਜਸਪ੍ਰੀਤ ਕੌਰ ਆ ਰਹੀ ਹੈ ਨਾ, ਉਹੀ ਕੰਮ ਵਾਲੀ ਜਿਹੜੀ ਆਪਣਾ ਕਾਰੋਬਾਰ ਚਲਾਉਂਦੀ ਹੈ। ਠੀਕ ਹੈ ਨਾ, ਕਿ ਤਾਂ ਕਿ ਮੈਂ ਵੀ ਇੱਕ ਗਰਵ ਤੋਂ ਆਪਣਾ ਮਤਲਬ ਸਿਰ ਉੱਚਾ ਕਰਕੇ ਤੁਰਾਂ
ਤੇ ਮੇਰੇ ਬੱਚੇ ਜਦੋਂ ਕੱਲ ਨੂੰ ਅੱਗੇ ਵੱਧ ਕੇ ਜਾਣ ਤੇ ਮੇਰੇ ਬੱਚਿਆਂ ਨੂੰ ਵੀ ਦਿਖੇ ਕਿ ਹਾਂ ਬਈ ਮੇਰੀ ਮੰਮੀ ਨੇ ਇੰਨਾ ਨਾਂ ਆਪਣਾ ਰੌਸ਼ਨ ਕੀਤਾ ਹੈ ਕਿ ਇਹ ਬੱਚੇ ਉਸੇ ਮਾਂ ਦੇ ਹੈਗੇ ਨੇ ਜਿਨ੍ਹਾਂ ਦੀ ਮਾਂ ਨੇ ਇੰਨਾ ਨਾਂ ਚੁੱਕਿਆ ਸੀ। ਜਿਵੇਂ ਭੈਣ ਜੀ ਤੁਸੀਂ ਦੱਸਦੇ ਕਿ ਤੁਸੀਂ ਪਹਿਲਾਂ ਪ੍ਰਾਈਵੇਟ ਨੌਕਰੀ ਕਰਦੇ, ਉਹਦੇ ਨਾਲੋਂ ਇਹਦੇ ਵਿੱਚ ਬਿਹਤਰ ਸਮਝਦੇ ਜੀ ਨੌਕਰੀ ਨਾਲੋਂ? ਮੈਂ ਕਹਿੰਦੀ ਹਾਂ ਦੂਸਰਿਆਂ ਦੀ ਨੌਕਰੀ ਕਰਨ ਨਾਲੋਂ ਮੈਨੂੰ ਇਸ ਟਾਈਮ ਤੇ ਆਪਣਾ ਕੰਮ ਕਰਨਾ ਬਹੁਤ ਬੈਟਰ ਹੈ ਜੀ। ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ। ਹੁਣ ਤੇ ਸਹੀ ਗੱਲ ਦੱਸਾਂ ਤੇ ਮੇਰਾ ਨੌਕਰੀ ਕਰਨ ਦਾ ਜੀ ਵੀ ਨਹੀਂ ਕਰਦਾ। ਜਿਹੜੀਆਂ ਭੈਣਾਂ ਘਰ ਦੇ ਵਿੱਚ ਬੈਠੀਆਂ ਕਿਸੇ ਵੇਲੇ ਛੋਟੀ ਛੋਟੀ ਗੱਲ ਤੋਂ ਦਿਲ ਛੱਡ ਜਾਂਦੀਆਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਆਪਾਂ ਇਹੀ ਕਵਾਂਗੇ ਕਿ ਭੈਣਾਂ ਤੁਸੀਂ ਪਲੀਜ਼ ਹਿੰਮਤ ਨਾ ਹਾਰੋ, ਤੁਸੀਂ ਆਪਣੀ ਹਿੰਮਤ ਨੂੰ ਜੋੜੋ। ਜੋ ਵੀ ਤੁਹਾਡੇ ਕੋਲ ਹੁਨਰ ਹੈਗਾ ਹੈ ਤੁਸੀਂ ਉਹ ਅੱਗੇ ਤੋਂ ਅੱਗੇ ਵੱਧ ਕੇ ਉਹਨੂੰ ਅੱਗੇ ਲਿਆਓ ਤੇ ਆਪਣੇ ਆਪ ਨੂੰ ਅੱਗੇ ਵਧੋ। ਕੋਈ ਕਿਸੇ ਤੋਂ ਘੱਟ ਨਹੀਂ ਹੈਗਾ ਹੈ। ਅੱਜ ਦੇ ਟਾਈਮ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਕਿਸੇ ਲੇਡੀ ਕੋਲ ਜਾਂ ਹਰ ਕਿਸੇ ਬੱਚੇ ਕੋਲ ਕੋਈ ਨਾ ਕੋਈ ਹੁਨਰ ਹੈਗਾ ਹੈ। ਸਾਰੇ ਆਪਣਾ ਕੋਈ ਨਾ ਕੋਈ ਜਰੀਆ ਕੱਢ ਕੇ ਆਪਣਾ ਅੱਗੇ ਆ ਸਕਦੇ ਨੇ। ਆਪਣੇ ਆਪ ਨੂੰ ਅੱਗੇ ਵਧਣਾ ਵੀ ਚਾਹੀਦਾ ਤੇ ਵਧਾਉਣਾ ਵੀ ਚਾਹੀਦਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭੈਣ ਜੀ ਜਸਪ੍ਰੀਤ ਕੌਰ, ਜਿਹੜੇ ਕਿ ਪਹਿਲਾਂ ਯੂਪੀ ਦੇ ਰਹਿਣ ਵਾਲੇ ਸੀ। ਇਹਨਾਂ ਦਾ ਆਨੰਦ ਕਾਰਜ, ਇਹਨਾਂ ਦਾ ਵਿਆਹ ਹੋਇਆ ਤਰਨਤਾਰਨ ਦੇ ਵਿੱਚ, ਔਰ ਇਸ ਸਮੇਂ ਪਹਿਲਾਂ ਇਹਨਾਂ ਨੇ ਇਹ ਦੱਸ ਰਿਹਾ ਕਿ ਇਹਨਾਂ ਨੇ ਪ੍ਰਾਈਵੇਟ ਨੌਕਰੀ ਵੀ ਕੀਤੀ ਹੈ, ਔਰ ਉਸ ਤੋਂ ਬਾਅਦ ਇਹਨਾਂ ਨੇ ਸਾਈਪ੍ਰਸ ਦੇ ਵਿੱਚ ਵੀ ਉੱਥੇ ਜਦੋਜਹਿਦ ਕੀਤੀ ਆ ਸੈਟਲ ਹੋਣ ਦੀ, ਪਰ ਨਹੀਂ ਹੋ ਸਕੇ। ਦੋਵੇਂ ਹਸਬੈਂਡ ਵਾਈਫ ਪਹਿਲਾਂ ਸਾਈਪ੍ਰਸ ਦੇ ਵਿੱਚ ਰਹਿੰਦੇ ਸੀ, ਪਰ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ ਆਪਣਾ ਇੱਕ ਛੋਟਾ ਜਿਹਾ ਇਹ ਸਟਾਲ ਚਲਾ ਰਹੇ ਆ, ਔਰ ਆਸ ਕਰਦੇ ਆ ਕਿ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹ ਹੋਰ ਤਰੱਕੀਆਂ ਨੂੰ ਛੂਹਣਗੇ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਨਿਰਵੈਰ ਟੀਵੀ ਦੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।